इन दिनों सड़कों पर घूमने वाले जो डॉग्स हैं, स्ट्रीट डॉग्स, उनका जो है खौफ वो बढ़ता ही जा रहा है। ऐसे में बहुत से बच्चे इनकी चपेट में भी आ रहे हैं। अब यहाँ सवाल ये उठता है कि क्या इन डॉग्स को थोड़ी सी ट्रेनिंग देके ह्यूमन फ्रेंडली बनाया जा सकता है? शायद हाँ भी और शायद ना भी। ऐसे और भी बहुत से सवालों के जवाब जानने के लिए आज हम पहुँचे हैं जालंधर के वेटनरी पॉलीक्लिनिक में, और यहाँ पे हमारे साथ मौजूद हैं डॉक्टर दमनवीर सिंह। तो हम उनसे जानेंगे ऐसे बहुत से सवालों के जवाब। डॉक्टर साहब, बहुत बहुत स्वागत है आपका हमारे हेल्थ शो तंदुरुस्ती नमः में। थैंक यू थैंक यू ਤੁਹਾਡਾ ਬਹੁਤ थैंक यू। डॉक्टर साहब, जैसे हाल ही में अभी बहुत सारे ऐसे केसेस सामने आ रहे हैं कि बच्चा जा रहा है सड़क पे और डॉग ने उसको बाइट किया, या बहुत सारे कुत्ते जो हैं एकदम से उस पर आक्रमण कर देते हैं और उसकी वहीं मौके पे मौत हो जाती है। तो इसके पीछे क्या रीजंस हो सकते हैं? हाँ जी, ਹੁਣ ਰੀਸੈਂਟਲੀ ਪਿੱਛੇ ਨਿਊਜ਼ ਆਈ ਸੀ ਕਿ ਇੱਕ ਸਟੇਟ ਦੀ ਕਿ ਡੌਗ 4-5 ਡੌਗਸ ਨੇ ਇਕੱਠਿਆਂ ਨੇ ਇੱਕ ਬੱਚੇ ਤੇ ਅਟੈਕ ਕਰਤਾ ਤੇ ਅਨਫੋਰਚੂਨੇਟਲੀ ਡੈਥ ਵੀ ਹੋ ਗਈ। ਦੇਖੋ, ਜਿੱਦਾਂ ਬੱਚੇ ਰੱਬ ਦਾ ਰੂਪ ਹੁੰਦੇ ਆ, ਉੱਦਾਂ ਹੀ ਜਾਨਵਰ ਵੀ ਰੱਬ ਦਾ ਰੂਪ ਮੰਨੇ ਗਏ ਆ। ਜਿੱਦਾਂ ਬੱਚੇ ਨੂੰ ਨਹੀਂ ਸਮਝ ਹੁੰਦੀ, ਉੱਦਾਂ ਹੀ ਡੌਗ ਦੇ ਜਿਹੜੇ ਬੱਚੇ ਹੁੰਦੇ ਉਹਨਾਂ ਨੂੰ ਵੀ ਨਹੀਂ ਸਮਝ ਹੁੰਦੀ। ਡੌਗ ਬਾਈਟ ਹੋਣਾ ਇਟਸ ਅ ਕਾਈਂਡ ਆਫ ਐਕਸੀਡੈਂਟ, ਇੱਕ ਐਕਸੀਡੈਂਟ ਹੁੰਦਾ। ਉਹ ਹੋ ਸਕਦਾ ਵੀ ਜਿੱਦਾਂ ਬੱਚਿਆਂ ਨੂੰ ਨਹੀਂ ਸਮਝ ਹੁੰਦੀ, ਉਹ ਯਾਨੀ ਕਿ ਡੌਗ ਨੂੰ ਉਹਨਾਂ ਨੇ ਉਸ ਹਿਸਾਬ ਨਾਲ ਉਹਦੇ ਨਾਲ ਬਿਹੇਵ ਕੀਤਾ ਹੋਣਾ, ਜਾਂ ਜਿਹਦੇ ਕਰਕੇ ਡੌਗ ਨੇ ਅਟੈਕ ਕਰਤਾ। ਕਈ ਵਾਰੀ ਡੌਗਸ ਵੀ ਅਗਰੈਸਿਵ ਹੋਏ ਹੁੰਦੇ ਆ, ਬੜੇ ਬਿਹੇਵੀਅਰਲ ਪ੍ਰੋਬਲਮ ਹੈ ਇਹ। ऐसे में हम बचा कैसे सकते हैं खुद को? ਬਚਾਅ ਆਪਾਂ ਸਭ ਤੋਂ ਪਹਿਲਾਂ ਦੇਖੋ ਜੀ, ਸਾਡੇ ਇੱਥੇ ਮੁਹਿੰਮ ਇੱਕ ਚੱਲਦੀ ਪਈ ਆ, ABC ਪ੍ਰੋਗਰਾਮ, ਐਨੀਮਲ ਬਰਥ ਕੰਟਰੋਲ। ਜਿਹੜੇ ਸਟਰੀਟ ਡੌਗਸ ਨੇ ਇਹਨਾਂ ਦੀ ਪਾਪੂਲੇਸ਼ਨ ਘੱਟ ਤੋਂ ਘੱਟ ਹੋਵੇ ਤੇ ਬਿਲਕੁਲ ਖਤਮ ਹੀ ਹੋ ਜਾਵੇ, ਅੱਗੇ ਰੀਪਰੋਡਿਊਸ ਨਾ ਕਰ ਸਕਣ। ਉਹਦੇ ਵਾਸਤੇ ਸਰਕਾਰ ਨੇ ਕਾਫੀ ਸਟੈਪਸ ਲਏ ਹੋਏ ਆ ਕਿ ਉਹਨਾਂ ਦੀ ਰੀਪਰੋਡਕਸ਼ਨ ਨੂੰ ਰੋਕਿਆ ਜਾ ਸਕੇ ਤੇ ਉਹਨਾਂ ਦੀ ਪਾਪੂਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ। ਤੇ ਸਭ ਤੋਂ ਵੱਧ ਡੌਗ ਸਾਰੇ ਹੋਣ, ਡੋਮੈਸਟੀਕੇਟਡ ਡੌਗਸ ਹੋਣ, ਘਰ 'ਚ ਰੱਖੇ ਹੋਣ, ਪ੍ਰੋਪਰਲੀ ਇਮਿਊਨਾਈਜ਼ਡ ਹੋਣ, ਰਜਿਸਟਰਡ ਡੌਗਸ ਹੋਣ। ਇਹ ਚੀਜ਼ ਨਾਲ ਆਪਾਂ केसेस ऑफ रेबीज़ ਨੂੰ ਘਟਾ ਸਕਦੇ हैं ਤੇ ਨਾਲ ਲੋਕਾਂ ਦੀ ਜਾਨ ਬਚਾ ਸਕਦੇ हैं। जैसे कि अगर डॉग बाइट हो जाती है तो ज़्यादातर कुत्ते जो हैं वो इंसान के किस हिस्से में बाइट करते हैं? ਮੋਸਟਲੀ ਦੇਖੋ, ਜਦੋਂ ਆਪਣੀ ਜਿਹੜੀਆਂ ਸਟਰੀਟਸ ਦੇ ਵਿੱਚ ਜਾਂ ਲੋਕਲ ਏਰੀਆ ਦੇ ਵਿੱਚ ਡੌਗ ਬਾਈਟਸ ਹੁੰਦੀਆਂ ਨੇ, ਡੌਗ ਮੋਸਟਲੀ ਲੱਤਾਂ 'ਤੇ ਜਾਂ ਪੈਰਾਂ 'ਤੇ ਅਪਰੋਚ ਕਰਦੇ। ਜਿਹੜੀ ਏਰੀਆ ਤੱਕ ਉਹਨਾਂ ਦਾ ਅਪਰੋਚ ਹੁੰਦਾ, ਮੋਸਟਲੀ ਡੌਗ ਬਾਈਟਸ ਦੇ ਕੇਸਿਸ ਅਸੀਂ ਸੁਣੀ ਦੇ ਹਿਊਮਨਸ ਦੇ ਵਿੱਚ ਪੈਰਾਂ 'ਤੇ ਹੀ, ਲੈਗਸ 'ਤੇ ਹੀ ਬਾਈਟ ਦੇ ਕੇਸ ਆਉਂਦੇ ਆ। अगर डॉग्स को रेबीज़ है तो उसमें वो किसी को बाइट करता है, उसमें इंसान को कितना इफेक्ट होता है? ਦੇਖੋ, ਸਭ ਤੋਂ ਪਹਿਲਾਂ ਤਾਂ ਜੇ ਡੌਗ ਬਾਈਟ ਦੀ ਪੋਜੀਸ਼ਨ ਬਹੁਤ ਮੈਟਰ ਕਰਦੀ ਆ, ਕਿਉਂਕਿ ਰੇਬੀਜ਼ ਵਾਇਰਸ ਜਿਹੜਾ ਹਿਊਮਨ ਦੇ ਵਿੱਚ ਅਸਰ ਕਰਦਾ, ਦਿਮਾਗ 'ਤੇ ਅਸਰ ਕਰਦਾ ਆ। ਸੋ ਇਹ ਚੀਜ਼ਾਂ 'ਤੇ ਬਹੁਤ ਡਿਪੈਂਡ ਕਰਦਾ ਆ ਵੀ ਸਿਰ ਤੋਂ ਕਿੰਨੀ ਦੂਰ ਡੌਗ ਨੇ ਬਾਈਟ ਕੀਤਾ। ਪੈਰ 'ਤੇ ਬਾਈਟ ਕੀਤਾ, ਇਟ ਵਿਲ ਟੇਕ ਲੌਂਗ ਟਾਈਮ, ਲੰਬਾ ਸਮਾਂ ਲੱਗੂਗਾ ਵਾਇਰਸ ਨੂੰ ਟਰੈਵਲ ਕਰਨ ਨੂੰ, ਫਰੋਮ ਫੁੱਟ ਟੂ ਹੈਡ ਲੰਬਾ ਸਮਾਂ ਲੱਗੂਗਾ। ਉਹਦਾ ਇਨਕੂਬੇਸ਼ਨ ਪੀਰੀਅਡ ਹੁੰਦਾ ਵੀ ਜਦੋਂ ਵਾਇਰਸ ਆਪਣੀ ਬਾਡੀ ਵਿੱਚ ਗਿਆ ਤੇ ਉਹਨੇ ਜੋ ਸਿੰਪਟਮ ਸ਼ੋ ਕੀਤਾ, ਉਹਦਾ ਟਾਈਮ ਹੁੰਦਾ। ਜਦੋਂ ਪੈਰ 'ਤੇ ਬਾਈਟ ਹੁੰਦੀ ਆ, ਉੱਪਰ ਵਾਇਰਸ ਨੂੰ ਟਰੈਵਲ ਕਰਨ ਨੂੰ ਟਾਈਮ ਲੱਗਦਾ ਤੇ ਕਾਫੀ ਦੇਰ ਬਾਅਦ ਸਿੰਪਟਮਸ ਆਉਂਦੇ ਆ, ਤੇ ਕਈ ਵਾਰੀ ਸਿੰਪਟਮ ਘੱਟ ਆਉਂਦੇ ਜਾਂ ਨਹੀਂ ਵੀ ਆਉਂਦੇ। ਜਿੰਨੀ ਹੈੱਡ ਦੇ ਕੋਲ ਜਾਂ ਮੂੰਹ ਦੇ ਕੋਲ ਬਾਈਟ ਕੀਤਾ, ਉਹ ਜ਼ਿਆਦਾ ਅਗਰੈਸਿਵ ਬਾਈਟ ਮੰਨੀ ਜਾਂਦੀ ਹੈ, ਉਹਨੂੰ ਇਮੀਡੀਏਟ ਟਰੀਟਮੈਂਟ ਦੀ ਲੋੜ ਹੁੰਦੀ ਹੈ। जैसे कि डॉग बाइट हो गया तो कितनी देर में उसको जो है इलाज मिल जाना चाहिए? ਦੇਖੋ, ਥਿਓਰੈਟਿਕਲੀ ਜੇ ਆਪਾਂ ਚੱਲੀਏ ਤਾਂ ਡੌਗ ਬਾਈਟ ਦੇ ਕੇਸ ਦੇ ਵਿੱਚ ਐਜ਼ ਸੂਨ ਐਜ਼ ਪੋਸੀਬਲ, ਜਿੰਨੀ ਛੇਤੀ ਹੋ ਸਕੇ ਉਹਨੂੰ ਆਪਾਂ ਨੂੰ ਡਿਸਇਨਫੈਕਟਡ ਸੋਪ ਦੇ ਨਾਲ ਸਭ ਤੋਂ ਪਹਿਲਾਂ ਸਾਫ਼ ਕਰ ਲੈਣਾ ਚਾਹੀਦਾ ਆ, ਤੇ ਨਾਲ ਦੀ ਨਾਲ ਐਂਟੀ ਰੇਬੀਜ਼ ਵੈਕਸੀਨਸ ਜਿਹੜੀਆਂ ਆਪਣੀਆਂ ਕਮਰਸ਼ੀਅਲੀ ਅਵੇਲੇਬਲ ਹੈਗੀਆਂ ਆ, ਉਹ ਲਗਵਾ ਲੈਣੀ ਚਾਹੀਦੀਆਂ ਮੈਕਸਿਮਮ ਵਿਦਿਨ 24 ਆਵਰਸ। 24 ਘੰਟਿਆਂ ਦੇ ਵਿੱਚ ਆਪਾਂ ਨੂੰ ਉਹ ਚੀਜ਼ ਤੋਂ ਬਚਾਅ ਕਰਨ ਵਾਸਤੇ ਤਰੀਕੇ ਯੂਜ਼ ਕਰ ਲੈਣੇ ਚਾਹੀਦੇ ਆ। जैसे कि बहुत से लोग अपने घर में पेट्स रखते हैं, डॉग्स रखते हैं, डॉग लवर्स होते हैं, तो क्या उनके लिए भी ज़रूरी है कोई वैक्सीनेशन लेना? ਨਹੀਂ, ਉਹਨਾਂ ਵਾਸਤੇ ਵੈਕਸੀਨੇਸ਼ਨ ਐਜ਼ ਸੱਚ ਕੋਈ ਲੈਣ ਦੀ ਜ਼ਰੂਰਤ ਨਹੀਂ ਹੈਗੀ। ਆਪਾਂ ਜੇ ਡੌਗ ਨੂੰ ਪ੍ਰੋਪਰਲੀ ਵੈਕਸੀਨੇਟਡ ਕੀਤਾ ਹੋਇਆ ਤਾਂ ਹਿਊਮਨਸ ਨੂੰ ਕਿਸੇ ਤਰ੍ਹਾਂ ਦੀ ਵੈਕਸੀਨ ਲੈਣ ਦੀ ਲੋੜ ਨਹੀਂ। ਆਪਣੇ ਡੌਗਸ ਬਾਹਰ ਘੁੰਮਦੇ ਰਹਿੰਦੇ ਆ, ਉਹਨਾਂ ਦੇ ਨੇਲਸ ਦੇ ਵਿੱਚ ਮਿੱਟੀ ਫਸ ਜਾਂਦੀ ਆ, ਤੇ ਡੌਗ ਕਈ ਵਾਰੀ ਪਿਆਰ ਕਰਦੇ ਜਦੋਂ ਤੇ ਉੱਪਰ ਚੜ੍ਹਦੇ ਆ, ਸਕ੍ਰੈਚ ਹੋ ਜਾਂਦੇ ਨੇਲਸ ਦੇ ਨਾਲ। ਉਹਦੇ ਵਾਸਤੇ ਟੈਟਨਸ ਦੀ ਜ਼ਰੂਰਤ ਹੁੰਦੀ ਆ। ਇਫ ਵੀ ਆਰ ਪੈਟ ਓਨਰ, ਜੇ ਆਪਾਂ ਡੌਗ ਇੱਕ ਰੱਖਿਆ ਹੋਇਆ ਤੇ ਆਪਾਂ ਨੂੰ ਟੈਟਨਸ ਦੀ ਵੈਕਸੀਨ ਦਾ ਸ਼ਾਟ ਜ਼ਰੂਰ ਲੈ ਕੇ ਰੱਖਣਾ ਚਾਹੀਦਾ। बहुत बार होता है जैसे कि डॉग बाइट हो जाता है तो लोग अपने अपने घरेलू उपचार करना शुरू कर देते हैं, तो क्या वो करना सही है? ਹਾਂਜੀ, ਦੇਖੋ, ਜੇ ਤਾਂ ਆਪਣੇ ਲਾਗੇ ਕੋਈ ਹਸਪੀਟਲ ਹੈਗਾ ਜਾਂ ਡਾਕਟਰ ਹੈਗਾ ਤਾਂ ਇਮੀਡੀਏਟਲੀ ਆਪਾਂ ਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ। ਜੇ ਲਾਗੇ ਕੋਈ ਡਾਕਟਰ ਨਹੀਂ ਹੈਗਾ ਤਾਂ ਸਭ ਤੋਂ ਪਹਿਲਾਂ ਜਿਹੜੇ ਆਪਣੇ ਸਿਆਣਿਆਂ ਨੇ ਗੱਲਾਂ ਬਣਾਈਆਂ ਹੋਈਆਂ ਉਹ ਕਰਨੀਆਂ ਚਾਹੀਦੀਆਂ। ਦੇਸੀ ਸਾਬਣ ਨਾਲ ਮੰਨਿਆ ਗਿਆ ਵੀ ਸਾਫ਼ ਕਰ ਲੈਣਾ, ਜਿਹੜਾ ਸੈਵਲਨ, ਡਿਟੋਲ, ਐਂਟੀਸੈਪਟਿਕ ਲਿਕੁਇਡ ਕੋਈ ਵੀ ਘਰੇ ਪਿਆ, ਉਹਦੇ ਨਾਲ ਆਪਾਂ ਨੂੰ ਵੂੰਡ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਸਭ ਤੋਂ ਪਹਿਲੇ ਨੰਬਰ 'ਤੇ। ਉਸ ਤੋਂ ਬਾਅਦ ਆਪਾਂ ਨੂੰ ਡਾਕਟਰ ਦੀ ਹੈਲਪ ਲੈਣੀ ਚਾਹੀਦੀ ਹੈ ਜਿੰਨੀ ਛੇਤੀ ਹੋ ਸਕੇ। डॉग बाइट हो गया तो उसके बाद उसको कितने इंजेक्शंस की नीड पड़ती है? ਦੇਖੋ, ਡੌਗ ਬਾਈਟ ਜਿਹੜੀ ਹੁੰਦੀ ਹੈ, ਜਾਂ ਜੇ ਤਾਂ ਡੌਗ ਦੀ ਵੈਕਸੀਨ ਹੋਈ ਆ ਫਿਰ ਤੇ ਉਹਦੇ ਥੋੜੀ ਡੋਜ਼ਿਸ ਕੰਪੈਰੀਟਿਵਲੀ ਘੱਟ ਡੋਜ਼ ਲੱਗਦੇ ਆ,
ਤੇ ਜੇ ਡੌਗ ਬਾਈਟ ਨਹੀਂ ਹੋਈ ਸਟਰੀਟ ਡੌਗ ਨੇ ਆ ਉਹ ਫਿਰ ਇਮੀਡੀਏਟਲੀ ਐਂਟੀ ਰੇਬੀਜ਼ ਵੈਕਸੀਨ ਲੱਗਦੇ ਆ ਮਿਨੀਮਮ 5 ਇੰਜੈਕਸ਼ਨ ਲੱਗਦੇ ਆ 4 to 5 ਇੰਜੈਕਸ਼ਨਸ ਲੱਗਦੇ ਆ ਤੁਹਾਨੂੰ ਹਿਊਮਨ ਡਾਕਟਰ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਆ ਤੇ ਇੱਕ ਹੋਰ ਚੀਜ਼ ਡਿਪੈਂਡ ਕਰਦੀ ਆ ਵੀ ਜੇ ਡੌਗ ਦੀ ਜਿਹੜੇ ਡੌਗ ਨੇ ਵੱਢਿਆ ਆ ਡੋਮੈਸਟੀਕੇਟਡ ਡੌਗ ਆ ਕਿ ਸਟਰੇ ਡੌਗ ਆ ਵੀ ਫਿਰ ਉਹਦਾ ਮਤਲਬ ਓਬਵੀਅਸਲੀ ਉਹਦੀ ਵੈਕਸੀਨੇਸ਼ਨ ਨਹੀਂ ਹੋਈ ਉਹਦੇ ਵਾਸਤੇ ਜ਼ਿਆਦਾ ਡੋਜ਼ਿਸ ਲੱਗਦੀਆਂ ਨੇ ਇੱਕ ਹੋਰ ਚੀਜ਼ ਦੇਖਣੀ ਪੈਂਦੀ ਵੀ ਜਿਹੜੇ ਡੌਗ ਆਪਾਂ ਨੂੰ ਬਾਈਟ ਕਰਦਾ ਨਾ ਉਹਨੂੰ 10 ਦਿਨ ਤੱਕ ਨੋਟਿਸ ਕਰਨਾ ਜੇ ਉਹਦੀ 10 ਦਿਨਾਂ ਦੇ ਵਿੱਚ ਡੈਥ ਹੋ ਜਾਂਦੀ ਆ ਫਿਰ ਰੇਬੀਜ਼ ਦੇ ਟੌਕਸੋਇਡ ਆਉਂਦੇ ਇੱਕ ਉਹ ਜਿੱਥੇ ਬਾਈਟ ਹੋਈ ਹੁੰਦੀ ਆ ਉਹਦੇ ਅਰਾਊਂਡ ਲੱਗਦੇ ਆ ਉਹ ਜੇ ਡੌਗ ਦੀ ਡੈਥ ਹੋ ਗਈ ਮਤਲਬ ਕਨਫਰਮ ਕੇਸ ਆਫ ਰੇਬੀ ਡੌਗ ਹੈ ਜੇ ਰੇਬੀ ਡੌਗ ਨੇ ਵੱਢਿਆ ਫਿਰ ਕੱਲੀ ਰੇਬੀਜ਼ ਵੈਕਸੀਨੇਸ਼ਨ नहीं फिर ਆਪਾਂ ਨੂੰ रेबीज़ ਦੇ टॉक्सॉइड भी लगवाने ਪੈਂਦੇ लोकली। अगर मैं यहाँ जलंधर की बात करूँ तो आपके पास कितने केसेस आते हैं ऐसे? देखो एक्चुअली दिस इज़ अ वैटनरी हॉस्पिटल ਇਹਦੇ ਵਿੱਚ ਸਾਡੇ ਕੋਲ ਰੈਗੂਲਰ ਬੇਸਿਸ ਤੇ ਕੇਸਿਸ ਆਉਂਦੇ ਰਹਿੰਦੇ ਵੀ ਸਾਡਾ ਡੌਗ ਘੁੰਮਦਾ ਪਿਆ ਸੀ ਅਸੀਂ ਸੈਰ ਕਰਾਉਂਦੇ ਪਏ ਸੀ ਗਲੀ ਦਾ ਡੌਗ ਸੀ ਉਹਨੇ ਵੱਢਤਾ ਉਹਨੂੰ ਉਹਨੇ ਬਾਈਟ ਕਰਤਾ ਗਲੀ ਦਾ ਡੌਗ ਸੀ ਓਬਵੀਅਸਲੀ ਉਹਦੀ ਵੈਕਸੀਨੇਸ਼ਨ ਨਹੀਂ ਲੱਗੀ ਤੇ ਫਿਰ ਜਿਹੜਾ ਆਪਣਾ ਘਰੇ ਰੱਖਿਆ ਆਪਾਂ ਡੌਗ ਪਾਲਤੂ ਡੌਗ ਆ ਉਹਦੀ ਵੈਕਸੀਨੇਸ਼ਨ ਫਿਰ ਜ਼ਰੂਰੀ ਹੁੰਦੀ ਫਿਰ ਸਾਡੇ ਕੋਲ ਲੋਕੀ ਲੈ ਕੇ ਆਉਂਦੇ ਵੀ ਇਹਦੀ ਵੈਕਸੀਨੇਸ਼ਨ ਕਰਾਓ ਕਈ ਵਾਰੀ ਸਾਡੇ ਕੋਲ ਕੇਸਿਸ ਆਉਂਦੇ ਵੀ ਸਾਡਾ ਬੱਚਾ ਆ ਜਾਂ ਮੈਨੂੰ ਸਾਡੇ ਡੌਗ ਨੇ ਵੱਢਤਾ ਵੀ ਡਾਕਟਰ ਸਾਹਿਬ ਅਸੀਂ ਕੀ ਕਰੀਏ ਫਿਰ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਵੀ ਪੁੱਛਦੇ ਹਾਂ ਵੀ ਤੁਹਾਡੇ ਡੌਗ ਦੀ ਵੈਕਸੀਨੇਸ਼ਨ ਹੋਈ ਆ ਜੇ ਡੌਗ ਦੀ ਵੈਕਸੀਨੇਸ਼ਨ ਹੋਈ ਆ ਤਾਂ ਤੁਸੀਂ ਆਪਣਾ ਬੂਸਟਰ ਡੋਜ਼ ਆਪਣੇ ਲਗਵਾ ਲਓ ਹਿਊਮਨ ਹਸਪੀਟਲ ਤੋਂ ਤੇ ਜੇ ਡੌਗ ਦੀ ਵੈਕਸੀਨੇਸ਼ਨ ਨਹੀਂ ਹੋਈ ਫਿਰ ਡੌਗ ਨੂੰ ਅਬਜ਼ਰਵ ਕਰਨਾ ਪੈਂਦਾ ਆ ਵੀ ਉਹਦੇ ਰੇਬੀਜ਼ ਸਾਈਨ ਤਾਂ ਨਹੀਂ ਹੈਗੇ ਜੇ ਰੇਬੀਜ਼ ਸਾਈਨ नहीं हैगे फिर भी वैक्सीनेशन 3 डोजेज मिनिमम रिक्वायर्ड ने। अभी एक रिसर्च में पाया गया है कि डॉग बाइट्स जो होती हैं 80% वो एक्सीडेंटली होती हैं। जिन्हें स्ट्रीट डॉग्स देखो डॉग जो कोई भी बाइट करता बिहेवियरल प्रॉब्लम है कई रीजन होंगे फीयर डर करके कई डॉग पीस मेरे को आ गया पता नहीं अपना बचाव करने वास्ते पहले ही अटैक कर देंगे भी मेरे तो दूर रहो कई बार प्रोटैक्शन करते हैं मदर्स फीमेल डॉग बच्चे दिते होंगे लोग बच्चों को चुक लेंगे अपने बच्चों की प्रोटैक्शन वास्ते तो ट्राई टू बाइट करते हैं कई बार केयर करते हैं अपनी केयर करते हैं अपने यंग वंस की केयर करते वो करके करते कई बार सरप्राइजिंगली कई बार डॉग आराम नाल बैठा होंगे आप बाइक लैके लागे लंघते हैं बड़े केसिस आते बाइक पर जाते पे असी डॉग ने बाइट करता डॉग बैठा आ आप लागे तेज़ बाइक लैके लंघे डॉग भी एकदम सरप्राइजिंगली अपने आप को बचाने लिए बाइट कर दिंदा तां करके मैक्सिमम केसिस एक्सीडेंटली होंगे है। हमारे दर्शकों के लिए आप क्या मैसेज देंगे? हाँ जी मेरा तुहाडे नैटवर्क थ्रू लोगों को यही मैसेज आ पैट पेरेंट्स नूं पे जे तुसी पैट रखण दे इच्छुक हो तां सब तो पहलां उहदी वैक्सीनेशन बारे जरूर ख्याल रखो 45 डेज़ 45 दिनां ते 1.5 महीने ते डॉग दे पहला इंजैक्शन लगदा वैक्सीनेशन दा ਤੇ ਉਸ ਤੋਂ ਬਾਅਦ 3 ਮਹੀਨਿਆਂ ਦੇ ਵਿੱਚ ਰੇਬੀਜ਼ ਦਾ ਇੰਜੈਕਸ਼ਨ ਲੱਗ ਜਾਣਾ ਚਾਹੀਦਾ ਜਦੋਂ ਤੁਸੀਂ ਡੌਗ ਰੱਖਣਾ ਆ ਸਭ ਤੋਂ ਪਹਿਲਾਂ ਉਹਦੀ ਤੁਸੀਂ ਆਪਣੇ ਕਿਸੇ ਲਾਗੇ ਡਾਕਟਰ ਨਾਲ ਕੰਸਲਟ ਕਰੋ ਬਰੀਡ ਆਫ ਡੌਗਸ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਉਹਦੇ ਨੇਚਰ ਤੇ ਉਹਦੇ ਬਿਹੇਵੀਅਰ ਤੇ ਉਹਦੇ ਅਗਰੈਸ਼ਨ ਨੂੰ ਰੋਕਣ ਵਾਸਤੇ ਜੇ ਆਪਣੇ ਘਰ ਦੇ ਵਿੱਚ ਜਗ੍ਹਾ ਛੋਟੀ ਆਪਾਂ ਵੱਡੀ ਡੌਗ ਦੀ ਬਰੀਡ ਰੱਖ ਲਈ ਓਬਵੀਅਸਲੀ ਉਹਨੇ ਅਗਰੈਸ਼ਨ ਦਿਖਾਉਣਾ ਹੀ ਦਿਖਾਉਣਾ ਹੈ ਜਣੇ ਖਣਿਆਂ ਨੂੰ ਵੱਢੂਗਾ ਉਹ ਸਭ ਤੋਂ ਪਹਿਲਾਂ ਆਪਣੀ ਲੋਕੇਸ਼ਨ ਦੇ ਹਿਸਾਬ ਨਾਲ ਲੋਕੈਲਿਟੀ ਦੇ ਹਿਸਾਬ ਨਾਲ ਬਰੀਡ ਸਿਲੈਕਟ ਕਰੋ ਡਾਕਟਰ ਨਾਲ ਕੰਸਲਟ ਕਰਕੇ ਤੇ ਉਹਦੀ ਵੈਕਸੀਨੇਸ਼ਨ ਪ੍ਰੋਪਰ ਕਰਵਾਓ ਹੁਣ ਅੱਜ ਆਪਣਾ ਟੌਪਿਕ ਸੀਗਾ ਰੇਬੀਜ਼ ਇਹ ਹੈ ਵੀ ਜਦੋਂ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਨੂੰ ਕਿਸੇ ਡੌਗ ਨੇ ਬਾਈਟ ਕਰ ਲਿਆ ਸਭ ਤੋਂ ਪਹਿਲਾਂ ਤਾਂ ਉਹਨੂੰ ਐਂਟੀਸੈਪਟਿਕ ਲਿਕੁਇਡ ਜਾਂ ਡਿਟਰਜੈਂਟ ਦੇ ਨਾਲ ਕਲੀਨ ਕਰੋ ਤੇ ਇਮੀਡੀਏਟਲੀ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਵੈਕਸੀਨੇਸ਼ਨ ਲਓ ਵੈਕਸੀਨੇਸ਼ਨ ਦੇ ਨਾਲ ਆਪਾਂ ਰੇਬੀਜ਼ ਜਿਹੜੀ ਡਿਜ਼ੀਜ਼ ਆ ਇਹਦਾ ਇਲਾਜ ਕੋਈ ਨਹੀਂ ਹੈਗਾ ਪ੍ਰੀਵੈਂਸ਼ਨ ਆ ਓਨਲੀ ਪ੍ਰੀਵੈਂਸ਼ਨ ਆਪਾਂ ਇਹਨੂੰ ਬਚਾ ਹੀ ਸਕਦੇ ਹਾਂ ਜੇ ਇੱਕ ਵਾਰੀ ਹੋ ਗਈ ਫਿਰ ਇਹਦਾ ਕੋਈ ਇਲਾਜ ਨਹੀਂ ਅਲਟੀਮੇਟਲੀ ਡੈਥ ਹੀ ਹੁੰਦੀ ਹੈ ਸੋ ਆਪਾਂ ਇਹਨੂੰ ਬਚਾ ਸਕਦੇ ਜੇ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਡੌਗ ਬਾਈਟ ਹੋਈ ਹੈ ਇੱਕ ਹੋਰ ਪੁਆਇੰਟ ਡੌਗ ਬਾਈਟ ਨਾਲ ਇਕੱਲੇ ਰੇਬੀਜ਼ ਨਹੀਂ ਫੈਲਦੀ ਆਪਣੇ ਹੱਥ ਤੇ ਲੱਤ ਬਾਂਹ ਤੇ ਕਿਤੇ ਵੀ ਕੋਈ ਸੱਟ ਲੱਗੀ ਆ ਉੱਥੇ ਡੌਗ ਦਾ ਸਲਾਈਵਾ ਲੱਗ ਜਾਵੇ ਦੈਟ ਇਜ਼ ਇਕੁਅਲੈਂਟ ਟੂ ਬਾਈਟ ਉਹਨੂੰ ਵੀ ਡੌਗ ਬਾਈਟ ਮੰਨ ਕੇ ਆਪਣੀ ਵੈਕਸੀਨੇਸ਼ਨ ਕਰਵਾਓ ਸਟਰੀਟ ਡੌਗ ਨੇ ਜੇ ਤੁਹਾਨੂੰ ਬਾਈਟ ਕਰ ਲਿਆ ਤਾਂ ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਅੱਗੇ ਵੀ ਰਿਪੀਟ ਕੀਤਾ ਵੀ ਐਂਟੀਸੈਪਟਿਕ ਲਿਕੁਇਡ ਜਾਂ ਡਿਟਰਜੈਂਟ ਦੇ ਨਾਲ ਇਮੀਡੀਏਟਲੀ ਆਪਣੇ ਜ਼ਖਮ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜ਼ਿਆਦਾ ਤੋਂ ਜ਼ਿਆਦਾ ਲੈਦਰ ਜ਼ਿਆਦਾ ਤੋਂ ਜ਼ਿਆਦਾ ਝੱਗ ਬਣਾ ਕੇ ਸਾਫ਼ ਕਰੋ ਤਾਂ ਕਿ ਰੇਬੀਜ਼ ਵਾਇਰਸ ਵਾਸ਼ ਆਊਟ ਹੋ ਜਾਵੇ ਅਨਫੋਰਚੂਨੇਟਲੀ ਜੇ ਨਹੀਂ ਵਾਸ਼ ਆਊਟ ਹੁੰਦਾ ਤੇ ਉਹਨੂੰ ਆਪਾਂ ਸਭ ਤੋਂ ਪਹਿਲਾਂ ਰੇਬੀਜ਼ ਦੀ ਵੈਕਸੀਨੇਸ਼ਨ ਲਵਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਰੇਬੀਜ਼ ਦਾ ਇਲਾਜ ਨਹੀਂ ਹੈਗਾ ਬਚਾਅ ਹੀ ਆ ਬਚਾਅ ਇੱਕ ਸਿਰਫ ਵੈਕਸੀਨੇਸ਼ਨ ਆ ਡੌਗ ਬਾਈਟ ਹੋਈ ਆ ਇਮੀਡੀਏਟਲੀ ਵੈਕਸੀਨ ਲਓ ਦੈਟਸ ਇਟ ਇਸ ਤੋਂ ਇਲਾਵਾ ਇਹਦਾ कोई ऑप्शन कोई अल्टरनेटिव नहीं है वैक्सीन ही बचा है बस। तो ये थे मेरे साथ डॉक्टर दमनवीर सिंह जिन्होंने बताया कि अगर स्ट्रीट डॉग्स बाइट कर लेता है तो उस स्थिति में आपको सबसे पहले क्या करना चाहिए। इस तरह के और भी वीडियोज़ के लिए जुड़े रहें तंदुरुस्ताए नमः के साथ। नमस्कार।